सुबह सुबह एक ईमेल रिसीव हुई कि आपका जो चैनल है वो इंडिया में बैन कर दिया गया है। आप यकीन करें, लोग हमारी वीडियो के नीचे आके कमेंट कर रहे हैं कि मैं वीपीएन के थ्रू आया हूँ आपको ये इन्फॉर्म करने के लिए कि आपका चैनल इंडिया में बैन कर दिया गया है। ਪ੍ਰਾਈਮ ਮਿਨਿਸਟਰ ਚਾਹ ਲਾ ਕਿਉਂ ਰੱਖਿਆ ਵਾ? ਉਹ ਨਹੀਂ ਪੜਿਆ ਲਿਖਿਆ ਮਿਲਿਆ ਉਹਨਾਂ ਨੂੰ। ਆਪਰੇਸ਼ਨ ਸਿੰਦੂਰ ਜੋ ਹੈ ਆਪਰੇਸ਼ਨ ਵਿਧਵਾ ਬਣ ਗਿਆ, ਜਿੰਦੇ ਤੇ ਬਹੁਤ ਪ੍ਰਾਊਡ ਕਰਦੇ ਸੀ ਰਾਫੇਲ ਮਿਜ਼ਾਈਲ, ਉਹ ਪਾਕਿਸਤਾਨ ਦੀ ਧਰਤੀ ਤੇ ਆ ਕੇ ਗਿਰਿਆ ਹੈ ਤੇ ਸਾਨੂੰ ਤਾਂ ਬਹੁਤ ਖੁਸ਼ੀ ਆ। ਅਸੀਂ ਜੰਗ ਤੋਂ ਡਰਨੇ ਆ, ਅਸੀਂ ਤੇ ਜਸ਼ਨ ਮਨਾ ਰਹੇ ਆ। ਸਾਨੂੰ ਤੇ ਸ਼ੁਕਰ ਹੈ ਕਿ ਚਲੋ ਸਾਡਾ ਦੁਸ਼ਮਣ ਸਾਹਮਣੇ ਤੇ ਆਏ, ਸਾਹਮਣੇ ਆ ਕੇ ਲੜੇ। ਅਸੀਂ ਕਹਿੰਦੇ ਆ ਕੰਡ ਪਿੱਛੇ ਵਾਰ ਨਾ ਕਰੋ, ਸਾਹਮਣੇ ਆ ਕੇ ਲੜੋ ਤੇ ਪਤਾ ਤੇ ਫੇਰ ਹੈ ਨਾ ਭਈ ਅਸੀਂ ਨਹੀਂ ਡਰਦੇ, ਅਸੀਂ ਪਾਕਿਸਤਾਨੀ ਕੌਮ ਆ। ਸਾਡੇ ਜਿਹੜੇ ਅਗਰ ਪਾਕਿਸਤਾਨੀ ਮਰਦ ਬਹਾਦਰ ਨੇ ਤਾਂ ਔਰਤਾਂ ਵੀ ਪਿੱਛੇ ਨਹੀਂ ਹੈਗੀਆਂ। ਇਹ ਜਿਹੜੇ ਮੋਦੀ ਦੇ ਪਿੱਠੂ ਹੈਗੇ ਨਾ, ਤੇ ਇਹਨਾਂ ਵਾਸਤੇ ਹੈਗਾ ਕਿ ਤੁਹਾਡੀ ਹੁਣ ਵਾਰੀ ਆ ਗਈ ਜੀ, ਠੀਕ ਹੈ ਨਾ। ਤੁਸੀਂ ਹੁਣ ਜਿਹੜੀ ਨਾ ਆਪਣੀ ਕੋਈ ਪੱਥਰਾਂ ਵਾਲੇ ਭੁਗਾਨਾਂ ਦੀ ਕਰਨੀ ਨਾ, ਜਿਹੜੀ ਤੁਸੀਂ ਪੂਜਾ ਕਰਦੇ ਜੇ, ਉਹ ਕਰਨੀ ਸ਼ੁਰੂ ਕਰ ਲਓ। ਵੇਖ ਤੁਹਾਨੂੰ ਲੱਭਣਾ ਤੋਂ ਕੁਝ ਵੀ ਨਹੀਂ ਜੇਗਾ। ਘਰ ਵਾਲੀ ਨਹੀਂ ਨਾ ਹੈਗੀ, ਘਰ ਵਾਲੀ ਹੁੰਦੀ ਤੇ ਉਹ ਵੀ ਜ਼ਰਾ ਸਕੂਨ ਨਾਲ ਜੀ ਲੈਂਦਾ। ਅੰਤਰੇ ਨੂੰ ਪਤਾ ਨਹੀਂ ਕਿਹਦੀ ਸ਼ੈਨ ਟਿਕਣ ਦਿੰਦੀ। ਨਹੀਂ ਉਹ ਚਾਹ ਲੈ ਨਾ, ਉਹਦਾ ਗੁਜ਼ਾਰਾ ਨਹੀਂ ਹੁੰਦਾ। ਉਹਨਾਂ ਦੀ ਕੋਈ ਬੇਵਾ ਮਰ ਗਈ ਹੋਣੀ ਹੈ, ਕੋਈ ਹੋ ਗਈ ਹੋਣੀ ਹੈ ਤਾਜ਼ੀ ਬੇਵਾ, ਤੇ ਉਹਦਾ ਸੰਦੂਰ ਜੋ ਮਿਟ ਗਿਆ। ਤੇ ਹੁਣ ਅਸੀਂ ਕੀ ਕਰੀਏ? ਅਸੀਂ ਤੇ ਨਹੀਂ ਮਿਟਾਇਆ ਨਾ, ਜਿਨ੍ਹਾਂ ਨੇ ਇਹ ਕੁਛ ਨਹੀਂ ਕੀਤਾ। ਅਸੀਂ ਤੇ ਕੁਝ ਕੀਤਾ ਹੀ ਨਹੀਂ। ਉਹਨਾਂ ਦਾ ਸੰਦੂਰ ਡਿੱਗ ਪਿਆ ਤੇ ਹੁਣ ਅਸੀਂ ਕੀ ਕਰੀਏ? ਅਸੀਂ ਤੇ ਮੁਸਲਮਾਨ ਆ, ਬੀਂਗਾ ਮੁਸਲਿਮ, ਅਸੀਂ ਤੇ ਸੰਦੂਰ ਲਾਉਂਦੇ ਨਹੀਂ ਹੈ। ਅਸਲਾਮ ਵਾਲੇਕੁਮ। ਵਾਲੇਕਮ ਅਸਲਾਮ। ਵਾਲੇਕਮ ਅਸਲਾਮ। ਹਾਂ ਭੈਣੋ, ਕਿੱਦਾਂ? ਅੱਲਾ ਦਾ ਸ਼ੁਕਰ, ਤੁਸੀਂ ਕਿੱਦਾਂ? ਮੈਂ ਹਮੇਸ਼ਾ ਦੀ ਤਰ੍ਹਾਂ ਵਧੀਆ। ਅੱਛਾ ਬੇਟੇ, ਇਹ ਦੱਸੋ, ਜਿਸ ਤਰ੍ਹਾਂ ਕਿ ਇੱਕਦਮ ਹਮਲਾ ਕੀਤਾ ਮੋਦੀ ਨੇ, ਐਵੇਂ ਪੂਰੇ ਇੰਡੀਆ ਨੂੰ ਨਹੀਂ ਜਿਹੜਾ ਇਲਜ਼ਾਮ ਦੇ ਸਕਦੇ, ਇੱਕ ਹੀ ਆ ਕੂੜ ਦਿਮਾਗ ਵਾਲਾ ਬਾਬਾ, ਤੇ ਉਹਦੇ ਹਵਾਲੇ ਨਾਲ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਾਂਗੇ ਕਿ ਆਪਰੇਸ਼ਨ ਸਿੰਦੂਰ ਜੋ ਹੈ ਆਪਰੇਸ਼ਨ ਵਿਧਵਾ ਬਣ ਗਿਆ ਵਿਦਿਨ ਸੈਕਿੰਡਸ, ਜਿੰਦੇ ਤੇ ਬਹੁਤ ਪ੍ਰਾਊਡ ਕਰਦੇ ਸੀ ਰਾਫੇਲ ਮਿਜ਼ਾਈਲ, ਉਹ ਪਾਕਿਸਤਾਨ ਦੀ ਧਰਤੀ ਤੇ ਆ ਕੇ ਗਿਰਿਆ ਹੈ ਤੇ ਸਾਨੂੰ ਤਾਂ ਬਹੁਤ ਖੁਸ਼ੀ ਆ ਕਿ ਹੁਣ ਤੁਹਾਡਾ ਗਰੂਰ ਤਾਂ ਖਾਕ ਤੇ ਮਿਲ ਗਿਆ ਤੇ ਫਿਰ ਸਫੇਦ ਝੰਡਾ ਵੀ ਤੁਸੀਂ ਲਾਤਾ ਹੈ। ਵਿਧਵਾ ਹੋਣ ਦਾ ਉਹਨਾਂ ਨੇ ਕਹਿ ਤਾ, ਨਿਸ਼ਾਨੀ ਦੀ ਹਾਰ ਮੰਨ ਲਈ ਆ ਤੇ ਬਹੁਤ ਚੰਗੀ ਗੱਲ ਹੈ ਕਿ ਪਾਕਿਸਤਾਨ ਚਾਹੇ ਜਿਹੋ ਜਿਹਾ ਵੀ ਹੈ, ਲੇਕਿਨ ਪਾਕਿਸਤਾਨ ਫਿਰ ਪਾਕਿਸਤਾਨ ਹੈ ਤੇ ਪਾਕਿਸਤਾਨ ਦੀ ਆਰਮੀ ਜ਼ਿੰਦਾਬਾਦ। ਭਈ ਸਾਡੀਆਂ ਜ਼ਬਾਨਾਂ ਵੀ ਬਹੁਤ ਲੰਬੀਆਂ, ਹਥਿਆਰ ਹੀ ਨਹੀਂ। ਇਹ ਨਾ ਸਮਝੋ ਕਿ ਹਥਿਆਰ ਚੱਲਦੇ ਆ ਭਈਆ, ਸਾਡੇ ਮੂੰਹ ਵੀ ਚੱਲਦੇ ਆ। ਬਿਲਕੁਲ, ਸਾਡੀ ਜ਼ਬਾਨਾਂ ਵੀ ਚੱਲਦੀਆਂ ਨੇ, ਸਾਡੇ ਹਥਿਆਰ ਵੀ ਚੱਲਦੇ ਨੇ ਤੇ ਸਾਡੇ ਮਿਜ਼ਾਈਲ ਵੀ ਚੱਲਦੇ ਨੇ। ਹਾਂ, ਹੁਣ ਲੱਗ ਲੋ ਗਈ ਹੋਣੀ ਇਹਨਾਂ ਨੂੰ। ਅੱਛਾ, ਹੁਣ ਪਾਕਿਸਤਾਨ ਨੇ ਜਵਾਬ ਦੇਣਾ, ਤੁਹਾਨੂੰ ਕੀ ਲੱਗਦਾ ਵਾ ਕਿ ਜਵਾਬ ਕਿੰਜ ਦੇਣਾ ਚਾਹੀਦਾ? ਪਾਕਿਸਤਾਨ ਨੇ ਆਲਰੇਡੀ ਜਵਾਬ ਦੇ ਦਿੱਤਾ ਹੈ। ਉਹਨਾਂ ਦੇ ਤੁਸੀਂ ਰੋਕਿਆ ਨਾ, ਉਹ ਰੋਕਿਆ ਕੰਮ, ਜਵਾਬ ਦੇਣਾ ਹਲੇ। ਪਾਕਿਸਤਾਨ ਮੇਰੇ ਖਿਆਲ 'ਚ ਤਾਂ ਉਹ ਨਿਊਜ਼ 'ਚ ਮੈਂ ਵੀ ਵੇਖਿਆ ਕਿ ਸ੍ਰੀਨਗਰ 'ਚ ਉਹਨਾਂ ਦਾ ਜਿਹੜਾ 에ਅਰ ਬੇਸ ਹੈਗਾ ਉੱਥੇ ਮਿਜ਼ਾਈਲ ਗਏ ਨੇ। ਹੁਣ ਡਾਇਰੈਕਟ ਨਿਊਜ਼ ਤਾਂ ਨਹੀਂ ਹੈ, ਪਰ ਮੈਂ ਇਹ ਖਬਰ ਸੁਣੀ ਹੈ। ਹੁਣ ਲੈਟਸ ਸੀ ਕਿ ਕੀ ਹੁੰਦਾ ਅੱਗੇ। ਜਿੱਥੇ ਅਗਰ ਸਟੇਟਸ ਵੇਖ ਰਿਹਾ ਲੋਕਾਂ ਦੇ, ਉਹ ਤਾਂ ਇਹੀ ਕਹਿ ਰਹੇ ਨੇ ਕਿ ਰੀਸਟਾਕ ਕਰ ਲਓ, ਆਦਾ ਰਾਸ਼ਨ ਵੀ ਰੀਸਟਾਕ ਕਰ ਲਓ ਤੇ ਜ਼ਰਾ ਸੇਫ ਹੋ ਕੇ ਰਹੋ। ਤੇ ਪਾਕਿਸਤਾਨੀਆਂ ਤੋਂ ਇਹੀ ਮੇਰੀ ਗੁਜ਼ਾਰਿਸ਼ ਹੈ ਕਿ ਭਾਈ ਹੈ ਜਜ਼ਬਾ ਜਨੂਨ ਤੋਂ ਹਿੰਮਤ ਨਾ ਹਾਰ, ਤੇ ਨਾਲੇ ਇਹੀ ਕਿ ਭਾਈ ਆਪਣੇ ਆਪ ਨੂੰ ਸੇਫ ਰੱਖੋ, ਲੇਕਿਨ ਐਟ ਦ ਸੇਮ ਟਾਈਮ ਮੂੰਹ ਤੋੜ ਜਵਾਬ ਦਿਓ। ਬਿਲਕੁਲ ਸਹੀ। ਜਿਸ ਤਰ੍ਹਾਂ ਕਿ ਅਸੀਂ ਉਹਨਾਂ ਦੇ ਸਿਵੀਲੀਅਨ ਤੇ ਹਮਲਾ ਨਹੀਂ ਕੀਤਾ, ਉਹਨਾਂ ਨੇ ਸਾਡੇ ਮਾਸੂਮ ਸ਼ਹੀਦ ਕੀਤੇ, ਉਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੂੰਗੀ ਕਿ ਇੰਟਰਨੈਸ਼ਨਲੀ ਜਿਹੜਾ ਤੁਸੀਂ ਮੈਸੇਜ ਦਿੱਤਾ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਮੀਡੀਆ ਤੇ ਪ੍ਰੋਪੇਗੈਂਡਾ ਕਰ ਰਹੇ ਹੋ, ਸਾਰਿਆਂ ਨੂੰ ਪਤਾ ਹੈ ਕਿ ਕੀ ਅਸਲ 'ਚ ਕੀ ਹੋ ਰਿਹਾ ਹੈ ਤੇ ਬਹੁਤ ਹੀ ਗਲਤ ਹਰਕਤ ਹੈ ਕਿ ਸਾਡਾ ਕੋਈ ਸਬੂਤ ਵੀ ਨਹੀਂ ਹੈ ਕਿ ਪਹਿਲਗਾਮ 'ਚ ਕੁਝ ਹੋਇਆ ਹੈ ਤੇ ਪਾਕਿਸਤਾਨ ਦਾ ਉਹਦੇ ਵਿੱਚ ਹੱਥ ਹੈ। ਕੋਈ ਸਬੂਤ ਨਹੀਂ ਹੈਗਾ, ਲੇਕਿਨ ਸਟਿਲ ਸਾਨੂੰ ਬਲੇਮ ਗੇਮ ਕਰੀ ਜਾ ਰਹੇ ਨੇ ਤੇ ਇਹ ਨਹੀਂ ਹੋਣਾ ਚਾਹੀਦਾ। ਤੇ ਮੇਰੇ ਖਿਆਲ 'ਚ ਤਾਂ ਇੰਤਹਾਈ ਸਟੂਪਿਡ ਮੈਂਟੈਲਿਟੀ ਉੱਥੇ ਵੇਖੀ ਜਾ ਰਹੀ ਹੈ। ਕੋਈ ਬੰਦੇ ਦੀ ਮਿੰਨਤ ਲੱਗ ਰਹੀ। ਬਿਲਕੁਲ ਇਹੀ ਇੱਕੋ ਬੰਦਾ ਹੈ ਤੇ ਉਹ ਆਦਾ ਜਿਹੜਾ ਹੈਗਾ ਨਾ ਪੋਲੀਟੀਸ਼ੀਅਨ, ਉਹ ਕੀ ਕਹਿੰਦੇ ਨੇ, ਆਦੀ ਕੈਂਪੇਨ ਕਰਨ ਵਾਸਤੇ, ਵੋਟ ਲੈਣ ਵਾਸਤੇ ਇਹ ਸਾਰੀ ਹਰਕਤਾਂ ਕਰ ਰਿਹਾ ਤੇ ਇੰਤਹਾਈ ਸ਼ੇਮਫੁਲ ਗੱਲ ਹੈ। ਉਹਨੂੰ ਕੋਈ ਪੁੱਛਦਾ ਨਹੀਂ ਨਾ, ਉੱਥੇ ਵੀ ਮੂੰਹ ਨਹੀਂ ਲਾਂਦਾ ਮੋਦੀ ਨੂੰ, ਹਨਾ। ਜਦੋਂ ਇਲੈਕਸ਼ਨ ਹੁੰਦੇ, ਵੋਟ ਦੀ ਵਾਰੀ ਆਂਦੀ, ਪਾਕਿਸਤਾਨ ਦੇ ਵਿੱਚ ਪੈ ਲੈ ਆਂਦਾ, ਪਾਕਿਸਤਾਨ ਨੂੰ ਰਗੜ ਦਿੰਦਾ ਤੇ ਮੈਂ ਮੋਦੀ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਤੇ ਇੰਡੀਆ ਵਾਲਿਆਂ ਨੂੰ ਇਹੀ ਕਹਿਣਾ ਚਾਹਦੀ ਹਾਂ ਕਿ ਤੁਹਾਡੇ ਕੋਲ ਖੋਣ ਵਾਸਤੇ ਬਹੁਤ ਕੁਛ ਹੈ ਤੇ ਸਾਡੇ ਕੋਲ ਬਹੁਤ ਜਜ਼ਬਾ ਹੈ। ਸਾਡੇ ਕੋਲ ਖੋਣ ਵਾਸਤੇ ਕੁਛ ਨਹੀਂ ਹੈ। ਅਸੀਂ ਆਦੀ ਜਾਨ, ਅਸੀਂ ਕਸ਼ਤੀਆਂ ਜਲਾ ਕੇ ਆਵਾਂਗੇ। ਜੇ ਅਸੀਂ ਆਵਾਂਗੇ ਤਾਂ ਫਿਰ ਕਸ਼ਤੀਆਂ ਜਲਾ ਕੇ ਆਵਾਂਗੇ। ਇਹ ਤੇ ਹੈ ਵਾ ਕਿ ਫਿਰ ਸਾਨੂੰ ਕੋਈ ਡਰ ਖੋਫ ਨਹੀਂ ਆ। ਜੇ ਅਸੀਂ ਕਹੀਏ ਬਾਰਡਰ ਖੋਲ ਦਿਓ, ਫਿਰ ਹਥਿਆਰ ਬੜੇ ਕਿਹੜੇ ਤਿਆਰ ਕੀਤੇ ਹਥਿਆਰ। ਇਹ ਤਾਂ ਹੁਣ ਸਾਨੂੰ ਨਹੀਂ ਪਤਾ, ਇਹ ਤਾਂ ਵੈਸੇ ਵੀ ਨਹੀਂ ਦੱਸਣਾ ਚਾਹੀਦਾ, ਦੁਸ਼ਮਣ ਨੂੰ ਸਰਪ੍ਰਾਈਜ਼ ਹੀ ਮਿਲਣਾ ਚਾਹੀਦਾ ਵਾ। ਸਰਪ੍ਰਾਈਜ਼ ਤੇ ਫਿਰ ਤਗੜਾ ਦੇਵਾਂਗੇ। ਭੈਣੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਰਾ ਵੀ ਇਹੀ ਖਿਆਲ ਹੈ ਕਿ ਬਈ ਇੰਡੀਆ ਵਾਲਿਆਂ ਨੂੰ ਰਾਤੀ ਤੇ ਚੰਗੇ ਤਰੀਕੇ ਨਾਲ ਜਵਾਬ ਮਿਲ ਗਿਆ, ਲੇਕਿਨ ਫਿਰ ਵੀ ਜੇ ਉਹ ਤੇ ਸਿਰਫ ਜਵਾਬ ਦੀ ਕਰਵਾਈ ਹੋਈ ਹੈ ਨਾ, ਲੇਕਿਨ ਫਿਰ ਵੀ ਜੇ ਜੰਗ ਹੁੰਦੀ ਹੈ ਬਈ ਅਸੀਂ ਨਹੀਂ ਡਰਦੇ, ਅਸੀਂ ਪਾਕਿਸਤਾਨੀ ਕੌਮ ਆ। ਸਾਡੇ ਜਿਹੜੇ ਅਗਰ ਪਾਕਿਸਤਾਨੀ ਮਰਦ ਬਹਾਦਰ ਨੇ ਤਾਂ ਔਰਤਾਂ ਵੀ ਪਿੱਛੇ ਨਹੀਂ ਹੈਗੀਆਂ, ਠੀਕ ਹੈ। ਉਹ ਤੁਸੀਂ ਗੱਲ ਕੀਤੀ ਨਾ ਜ਼ੁਬਾਨ ਤਲਵਾਰ ਵਾਂਗੂ ਇਹ ਕਾਫੀ ਹੈ, ਤੇ ਇੰਝ ਸਾਡੀ ਜ਼ੁਬਾਨ ਹੀ ਕਾਫੀ ਹੈ ਉਹਨਾਂ ਵਾਸਤੇ। ਲੇਕਿਨ ਉਹਨਾਂ ਨੂੰ ਬੇਗੁਨਾਹਾਂ ਨਾਲ ਇੰਜ ਨਹੀਂ ਕਰਨਾ ਚਾਹੀਦਾ ਸੀ। ਉਹਦਾ ਦੁੱਖ ਬੜਾ ਵਾ
ਤੇ ਅਸੀਂ ਅਗਰ ਕਸ਼ਮੀਰ ਦਾ ਕਿੱਸਾ ਹੋਇਆ ਸੀ ਉਹਦਾ ਦੁੱਖ ਸਾਨੂੰ ਹੋਇਆ ਸੀ, ਇਹ ਫਿਰ ਸਾਡੇ ਵੱਲ ਸੀ, ਆਪਣੇ ਸੀ, ਸਾਨੂੰ ਦੁੱਖ ਤੇ ਬੜਾ ਵਾ। ਜਵਾਬ ਤੇ ਆਪਾਂ ਦੇਵਾਂਗੇ ਹੀ। ਬਿਲਕੁਲ ਚੰਗੇ ਤਰੀਕੇ ਨਾਲ ਇਹਨਾਂ ਨੂੰ ਜਵਾਬ ਦਾਂਗੇ ਤੇ ਜਵਾਬ ਰਾਤੀ ਜਿਹੜਾ ਇੱਕ ਜਵਾਬ ਮਿਲਿਆ ਤੇ ਉਹ ਉਹਨਾਂ ਨੇ ਪਹਿਲਾਂ ਹੀ ਵਿਧਵਾ ਆਪਣੇ ਨੂੰ ਸਾਬਿਤ ਕਰਤਾ ਕਿ ਉਹਨਾਂ ਦੇ ਮਰ ਗਏ ਚਿੱਟਾ ਝੰਡਾ ਜਿਹੜਾ ਉਹਨਾਂ ਲਹਿਰਾ ਦਿੱਤਾ। ਪਹਿਲਾਂ ਹੀ ਉਹ ਬੁਜ਼ਦਿਲੀ ਦਾ ਮੁਜ਼ਾਹਰਾ ਉਹਨਾਂ ਕਰਤਾ, ਲੇਕਿਨ ਅੱਗੋਂ ਵੀ ਇਹੀ ਵੇਖਣ ਨੂੰ ਮਿਲ ਰਿਹਾ ਹੈ ਕਿ ਇਹ ਇੰਤਹਾਈ ਬੁਜ਼ਦਿਲ ਲੋਕ ਨੇ। ਇੱਕ ਚੁਟਕੀ ਸਿੰਦੂਰ ਦੀ ਕੀਮਤ ਜਾਣੇਗਾ ਨਰਿੰਦਰ ਮੋਦੀ। ਕੀ ਹੋਣੀ ਹੈ ਹੁਣ ਤੱਕ ਤਾਂ ਪਤਾ ਚੱਲ ਗਈ ਹੋਣੀ ਹੈ। ਜਿਸ ਤਰ੍ਹਾਂ ਫੇਲ ਮਿਜ਼ਾਈਲ 'ਚ ਇੰਨਾ ਗਰੂਰ ਕਰਦੇ ਸੀ ਉਹੀ ਡਿੱਗ ਗਿਆ, ਪਤਾ ਵੀ ਨਹੀਂ ਚੱਲਿਆ। ਤੇ ਹੁਣ ਤਾਂ ਬੰਦਾ ਹੀ ਹੈ ਕਿ ਪਤਾ ਚੱਲ ਗਿਆ ਹੋਵੇਗਾ ਕਿ ਇੱਕ ਚੁਟਕੀ ਸਿੰਦੂਰ ਕੀ ਹੁੰਦਾ ਹੈ। ਮਿਜ਼ਾਈਲ ਛਾਪਰ ਮੋਦੀ ਛਾਪਰ ਹੁਣ ਬਣ ਕੇ ਲਾਈਓ ਆਪਣੇ ਮਿਜ਼ਾਈਲ ਹੈ, ਕੋਈ ਫਾਇਦਾ ਨਹੀਂ ਹੋਇਆ। अस्सलाम वालेकुम। वालेकुम अस्सलाम। ਜਿਵੇਂ ਕਿ ਤੁਸੀਂ ਜਾਣਦੇ ਹੋ ਸਨਾ ਜੋ ਸਾਡੇ ਨਾਲ ਮੌਜੂਦ ਆ, ਹਮੇਸ਼ਾ ਇਹ ਦੋਨਾਂ ਮੁਲਕਾਂ ਦੇ ਵਿੱਚ ਦੋਸਤੀ ਚਾਹੁੰਦੇ ਆ ਤੇ ਨਿਊਟਰਲ ਗੱਲ ਕਰਦੇ ਆ ਹਮੇਸ਼ਾ। ਤੇ ਦੋਨਾਂ ਮੁਲਕਾਂ 'ਚ ਕੀ ਮਾਮਲਾ ਚੱਲ ਰਿਹਾ ਸਨਾ ਕੋ ਪੁੱਛਦੇ ਆ। ਸਨਾ ਤੁਹਾਡਾ ਚੈਨਲ बैन हो गया कि जी अल्हम्दुलिल्लाह, सबसे पहले चैनल मेरा ही बैन हुआ था जब इंडिया की जानिब से ये कार्रवाई की गई। पहले दिन पाकिस्तान के 16 यूट्यूब चैनल बैन किए गए जिसमें मेरा नाम था। पाकिस्तान के जो नामवर आप कह लें कि हमारे जो प्लेयर्स थे, शुएब अख्तर की बात करें, शाहिद अफरीदी की बात करें, फिर पाकिस्तान के मेन स्ट्रीम मीडिया के चैनल जो है वो बंद कर दिए गए। मुझे तो पहले यकीन ही नहीं आया कि ये हुआ क्या है, वजह क्या बनी है ना। सुबह सुबह एक ईमेल रिसीव हुई कि आपका जो चैनल है वो इंडिया में बैन कर दिया गया है। वहाँ की पॉलिटिकल सूरत हाल को देखते हुए, वहाँ की मुल्क की जो हालात हैं उनको मद्देनज़र रखते हुए आपका चैनल जो है वो इंडिया में बैन कर दिया गया था। मुझे तो पहले समझ नहीं आई हुआ क्या है। मैंने फिर दाएं बाएं दोस्तों को फ़ोन घुमाए तो पता चला कि किसी और का चैनल फ़िलहाल बंद नहीं हुआ, सिर्फ मेरा चैनल जो है वो पाकिस्तान में बैन किया गया। तो मेरे साथ जैसे मैंने आपको बताया इंडिया 'ਚ बैन, हाँ इंडिया में बैन किया गया ना, शुएब अख्तर का कर दिया, शाहिद अफरीदी का कर दिया। फिर एक दिन गुजरा, 2 दिन गुजरा, 3 दिन गुजरे, हमने देखे कि जितने पाकिस्तानी चैनल इंडिया के अंदर चलते थे वो आहिस्ता आहिस्ता तमाम के तमाम बैन कर दिए गए। क्यों बैन किए? को समझ आई गेम? समझ ही नहीं आई ना। देखें, जब आप कहते हैं कि हम एक आज़ाद रियासत हैं, यहाँ पे फ्रीडम ऑफ स्पीच है, फिर आप किसी की फ्रीडम ऑफ स्पीच को कैसे बंद कर सकते हैं? मुझे बड़ा अफसोस हुआ। देखिए, मैं 2019 से अपने चैनल को रन कर रही थी और 2019 से मैं एक काविश में लगी हुई थी कि दोनों मुल्कों के जो लोग हैं एक दूसरे को समझें, नफ़रतें कम हो, मोहब्बतें परवान चढ़ें। हालांकि 2019 में वो पहली लड़की जिसने लिबर्टी मार्केट में खड़े होकर इंडिया का नाम लिया था, तो लोग कहते थे कि भाई आप यहाँ पे इंडिया का जिक्र कैसे कर सकती हैं। इंडिया के लोगों को लगता था कि पाकिस्तान के लोग दहशतगर्द हैं, नैरो माइंडेड हैं। आप यकीन करें अबीरा, आपके शो से, मेरे शो से और मुझ जैसे कई यूट्यूबर्स के शो से हमने लोगों की राय को बदला। एक पॉजिटिविटी जो है वो क्रिएट हो रही थी। आप देखें कि इंडिया के लोग पाकिस्तान के लोगों को, पाकिस्तान के लोग इंडिया के लोगों को प्यार करने लग गए ना, लोगों की सोच बदलना शुरू हो गई। लेकिन मुझे लगा कि जब इंडिया ने हमारे चैनल बंद किए तो हमारी तमाम तर काविशों के ऊपर पानी फिर गया। इंडिया ने हमारी तमाम मेहनतें, ਤੁਹਾਨੂੰ ਕੀ ਨਜ਼ਰ आई पॉजिटिविटी? कोई नजर आई? बैन हो गए? नहीं आई ना। अब मुझे बताएं हमें बैन करने से क्या हुआ? जिन्होंने देखना है वो तो VPN लगा के भी देख रहे हैं। ठीक है, आप यकीन करें लोग हमारी वीडियो के नीचे आके कमेंट कर रहे हैं कि मैं VPN के थ्रू आया हूँ आपको ये इन्फॉर्म करने के लिए कि आपका चैनल इंडिया में बैन कर दिया गया है। जिन्होंने देखना है वो तो VPN के ज़रिए भी देख रहे हैं। आप बताएं, हमने तो इंडिया के चैनल बैन नहीं किए। अब आप देखें कि फवाद खान की मूवी थी वो इन्होंने बैन कर दी। अब इस तरह की हरकतें, आप इंटरटेनमेंट, आपने स्पोर्ट्स चैनल बैन कर दिए यार, उनका क्या कसूर था? ਚਾਹਣਾ ਚਾਹੁੰਦੇ ਕਿ ਅਸੀਂ ਜਿਹੜੀਆਂ ਕਹਾਣੀਆਂ ਸੁਣਾ ਰਹੇ ਨਾ ਉਧਰ ਦੇ ਐਂਕਰ ਮੀਡੀਆ ਉਹੀ ਚੱਲਣ ਜਿਹੜੇ ਮੋਦੀ ਨੇ ਸਕ੍ਰਿਪਟ ਦਿੱਤਾ ਵਾ, ਹੋਰ ਅਸਲੀ ਖਬਰ ਉਹਨਾਂ ਤੱਕ ਪਹੁੰਚੇ ਨਾ ਕਿਸੇ ਤਰੀਕੇ ਨਾਲ। नहीं देखें, जब आपका मीडिया आज़ाद है, हमने आपके चैनल बंद नहीं किए तो आपने हमारे चैनल क्यों कर ब्लॉक किए? आप इतनी हमारे चैनल से डर गए हैं, आप हमारे चैनलों से ही डर गए हैं कि आपने हमारे चैनल बैन कर दिया इंडिया के अंदर। देखें, जो लोग हमें प्यार करते हैं वो अभी भी हमें देखने आते हैं। वो तो हमें कहते हैं कि आप इंस्टाग्राम के ऊपर अपने रिएक्शन वीडियो पोस्ट करें। देखें, ना वहाँ के लोग ना यहाँ के लोग जंग नहीं चाहते। आप देखें कि रात के जिस पहर में इंडिया ने पाकिस्तान के ऊपर हमला किया, मासूम बच्चे शहीद हो गए, ख़वातीन शहीद हो गई, क्या उनका क्या कसूर था? देखें, मैं सोशल मीडिया को ऑब्जर्व कर रही हूँ, वहाँ की अवाम भी जंग नहीं चाहती अबीरा, यहाँ की अवाम भी जंग नहीं चाहती। आप मुझे बताएं, दोनों मुल्कों की सियासत में, डर्टी पॉलिटिक्स में पिस कौन रही है, वहाँ की अवाम और यहाँ की अवाम? अब देखिए, पाकिस्तान ने भी ज़ाहिर है चूड़ियाँ तो पहनी नहीं हुई, हमने भी जवाबी कार्रवाई की है। ਉਹ ਤੇ ਸਿੰਦੂਰ ਲਾ ਕੇ ਆਏ ਸੀ। हाँ, हमने जो है फिर हमने भी इनका राफेल जो है वो मार गिराया है। हम रात को खबरें सुनने में आई थी कि 3 से 4 राफेल जो हैं, ये जो कहते हैं कि हमारे नंबर 1 फाइटर्स हैं जिन्होंने जो पिछले दिनों ट्रेनिंग भी दे रहे थे इनको, ਸਾਡੇ ਕੋ ਹੋਣਗੇ ਅਸੀਂ ਹਾਰ ਹੀ ਨਹੀਂ ਸਕਦੇ। वो देखें वो मार गिराए। बस देखें दी,
हर एक्शन का रिएक्शन होता है। अगर 4 ਘੰਟਿਆਂ ਦੇ ਅੰਦਰ ਵਿਧਵਾ ਹੋਏ ਚਿੱਟਾ ਝੰਡਾ ਲਾਇਆ 4 ਘੰਟਿਆਂ 'ਚ। आप रात में आते हैं, हमारे मुल्क के अंदर घुस के कार्रवाई करते हैं, हम जवाब देते हैं तो आप आगे से सफ़ेद झंडी दिखा देते हैं यार। ठीक है, फिर अगर आपने लड़ना है तो भाई आए, आके 2-2 हाथ हो जाते हैं। ये क्या कर रहे हैं आप लोग? मेरा ख्याल है ये तमाम जो है ना इनकी मिली भगत है। ये सब लोग जो है ये बस आवाम को दिखाने के लिए सारा तमाशा कर रहे हैं, सिर्फ आवाम को परेशान किया हुआ है। आप देखें कि सारी रात पाकिस्तान और इंडिया की आवाम नहीं सोई है। मैं सुबह सो के उठी तो मेरे बेटे ने मुझे बताया कि मम्मा आपको पता है इंडिया ने रात पाकिस्तान पर हमला कर दिया। लेकिन छोटे छोटे बच्चे आप देखें कि उनके दिमागों के ऊपर क्या गुजर रही है, हम उनको जंग से कितना खौफजदा करें। देखें आपने इतनी जंगें लड़ी इंडिया के साथ, क्या हासिल वसूल हुआ? आपने 1947 में 2 कौमी नज़रिए की बुनियाद पर पाकिस्तान अलग कर लिया ना, इस्लामी जमहूरिया पाकिस्तान बनाया। अब उसके बाद हमने कितनी जंगें लड़ी, आप मुझे बताएं इसके अलावा कितनी जंगें लड़ी, क्या क्या फ़ायदा हुआ, क्या हासिल वसूल हुआ? सिर्फ जानी और माली नुकसान हुआ। अबीरा वहाँ का भी और यहाँ का भी। अब ये सिर्फ जो है ये नॉर्मल जंगें नहीं हैं, ये न्यूक्लियर जंग है। और अगर ये न्यूक्लियर वॉर होती है तो इसका नुकसान हमारी आने वाली 7 नस्लें भुगतेंगी। तो मेरा ख्याल है हमें इस तरफ नहीं जाना चाहिए। जो भी मामलात हैं एक पेज पे बैठें, उनको रफ़ा दफ़ा करें, टेबल टॉक करें। इंडिया ने हमेशा पाकिस्तान के माथों पे सो कॉल्ड एक ही लेबल लगाया कि पाकिस्तान एक दहशतगर्द मुल्क है। हमारे जो है हमारा इंटरनेशनली इन्होंने जो रेपुटेशन है वो तबाह बर्बाद करके रख दी है। लेकिन अब इंडिया क्या करे, इंडिया को खुद नजर नहीं। आप नहीं दहशतगर्दी की। हुण देखो पहलगाम से जो होया 4 दहशतगर्द आए गिनती दे, 4 नहीं फड़ेगे अपने इलाके दे। अबीरा आपको अगर याद हो तो इंडिया ने 2 दिन बाद ही उन दहशतगर्दों में से 2 को जो है शनाख्त कर लिया था, जो कि जम्मू कश्मीर के लोकल दहशतगर्द थे, और इंडिया की आर्मी ने उनके घरों को डिमोलिश कर दिया था। जब दहशतगर्द इनके अपने इलाके के अंदर से मिल गए हैं, फिर पाकिस्तान के ऊपर ये क्यों मलबा डाल रहे हैं? यार बहाना वोट नहीं कैश करने, वोट हुण लेने नहीं। बस मैं चाहूँगी कि मोदी सरकार अकल के नाखून ले, ये इस तरह के जो है कार्रवाइयाँ करने से बाज आ जाए। इससे कोई हासिल वसूल नहीं होने वाला। अब आप देखें उन घरों में तो सफ़े मातम बिछ गया ना जिनके मासूम बच्चे शहीद हो गए, जिनकी ख़वातीन। आप देखें जंग में तो औरतों और बच्चों की माफ़ी है, ठीक है, जंग में तो आप कहते हैं बुजुर्ग औरतों बच्चों को कुछ ना करो, आप यहाँ पे क्या कर रहे हैं? बड़ा अफसोस हुआ। सोशल मीडिया पे दिल दहला देने वाली वीडियोज़ हैं वो सामने आ रही हैं, और देखकर जानकर बड़ा जो है वो दुख और तकलीफ़ हो रहा है कि यार नहीं होना चाहिए। इन मामलात को यहीं पर ही रोक लें। जो आपने करना था कर लिया, जो हमने करना था हमने उसका जवाब दे दिया। लेकिन अब वही बात है कि अगर आप बॉर्डर पर आके हमसे बदतमीज़ी करेंगे, मार कुटाई करेंगे तो हमारी आर्मी चुप नहीं बैठेगी। ये तो है, लेकिन मैं ये समझदी हाँ उत्थे इन्ने एजुकेटेड लोग आ ते प्राइम मिनिस्टर चाह ला क्यों रखिया वा? और ही पढ़िया लिखिया मिले उन्होंने। मेरा ख्याल है इंडिया ने सुबह सफ़ेद झंडी दिखा दी है। उन्होंने कहा है कि बस हम पीस कायम करना चाहते हैं। तो मेरा ख्याल है पहले आपको ये हमला करना ही नहीं चाहिए था। अगर आप इतना अमन का प्रचार करते हैं तो खैर कोई बात नहीं, देर आए दुरुस्त आए। अभी भी वक्त है कि टेबल टॉक करें। आप देखिए पहलगाम में जो दहशतगर्दी का वाक़या हुआ उसका दुख पाकिस्तानियों को भी है, हमें भी तकलीफ़ है। लोग वहाँ पे मरे या यहाँ पे मरे, मर तो इंसान रहे ना। और एज आ मुस्लिम, एज आ ह्यूमन बीइंग हमें भी तकलीफ़ थी। पहलगाम अटैक के ऊपर हमने भी वीडियो की थी, हमने भी इज़हार अफसोस किया था। लेकिन इसका ये मतलब नहीं है कि आप हम पे हमले शुरू कर दें। यार तुसी ते जानदे काफ़ी साल तो एक कंटेंट कर रहे हो। मोदी की उम्र की हो गई है? मेरा ख्याल है कोई 60-70 हो गई होगी। उतरे की उम्र क्यों नहीं घटती? पता नहीं, ये तो अल्लाह ही जाने। लेकिन मैनू जमा ही उन्हों की सोच नहीं पसंद। तरक्की भावें जिन्नी यार उस मैं कहती प्राइम मिनिस्टर का की फायदा? तुसी मुल्क चंद तक लै गए, मैं मान लिया, उसे मुल्क नूं तुसी तबाह भी कर रहे हो। फायदा फिर चंद तक जान दा नहीं। शायद इंडिया दिखाना चाह रहा है कि इंडिया में अगर कोई दहशतगर्दी करेगा तो हम जो है उसको छोड़ेंगे नहीं। लेकिन बात यह है कि पहले साबित तो करें कि दहशतगर्दी पाकिस्तान ਵੱਡਾ ਤੇ ਇਹੀ ਹੈ ਦਹਿਸ਼ਤਗਰਦ ਜਿਹੜਾ ਟਿਕਣ ਨਹੀਂ ਦਿੰਦਾ ਆਪਣੇ ਮੁਲਕ ਦੇ ਵਿੱਚ ਵੀ। ਮੈਂ ਦੇਖ ਰਹੀ ਸੀ ਵੀਡੀਓ ਕਿ ਮੁਸਲਮਾਨਾਂ 'ਚ ਹਿੰਦੂਆਂ 'ਚ ਇਹਨੇ ਉਹ ਫਸਾਦ ਪਾਇਆ, ਮੁੱਕਣ ਹੀ ਨਹੀਂ ਦਿੰਦਾ ਐਸਾ ਮਨੂਸਾ। लेकिन ये है कि अब इन मामलात को जो है मेरा ख्याल है टेबल टॉक पर हल करना चाहिए। इंडिया में भी बहुत सारे मुसलमान रहते हैं, यहाँ पे भी बहुत सारे हिंदू रहते हैं। तो मेरा ख्याल है हमें इंसानियत का ख्याल करना चाहिए और एज आ ह्यूमन बीइंग हमें इस तरफ नहीं जाना चाहिए। हमें जंग से जितना ज़्यादा होना चाहिए अवॉइड करना चाहिए। बिल्कुल सही क्या सना ने कि जंग वाल कोई भी नहीं जाना चाहता, ना इधर दे लोग ना उधर दे लोग। रब खैर करे जी। बहुत शुक्रिया जी। वधिया। अस्सलाम वालेकुम। वालेकुम अस्सलाम, कैसी हैं बीरा? मैं वधिया, तुसी सुनाओ? मैं ठीक हूँ अल्हम्दुलिल्लाह। की जंग शंग लवा दी जे सब? मैं कसमें नहीं बाजी, मैं जंग नहीं लवाई, आप ही बदो बदी लगी। ना 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 बीरा, तेरी वजह तो जंग लग रही है।
ਤਿੰਨ ਸੂਟ ਹੀ ਤੇ ਸਵਾਨ ਦਾ ਕਿਹਾ ਸੀ, ਉਹ ਤੇ ਮੇਰੇ ਪਿੱਛੇ ਪੈ ਗਏ। ਤੂੰ 3 ਸੂਟ ਦਵਾਏ, ਮੈਂ ਇੱਕ ਪਰਸ ਲੱਭ ਰਹੀ ਹਾਂ 50,000 ਦਾ ਪਰਸ ਨਹੀਂ ਲੱਭ ਰਿਹਾ ਮੈਨੂੰ। ਇੰਨੀ ਮਤਲਬ ਸਾਰੇ ਲੋਕਾਂ ਨੂੰ ਉਹੀ ਹੈ ਤੇ ਮੈਂ ਕਿਹਾ ਨਵੇਂ ਕੱਪੜੇ ਤੇ ਸਵਾ ਲਏ ਨੇ ਤੇ ਹੁਣ ਜ਼ਰਾ ਪਰਸ ਵੀ ਲੱਭ ਲਈ। ਜੀ ਐਡਾ ਮਹਿੰਗਾ ਪਰਸ ਕੀ ਕਰਨਾ, 250 ਵਾਲਾ ਰੱਖ ਲਵੋ, ਜੰਗ ਦੇ ਵਿੱਚ ਜ਼ਾਇਆ ਹੀ ਹੋਣਾ। ਜੰਗ ਕਿਹੜੀ, ਅਸੀਂ ਜੰਗ ਤੋਂ ਡਰਨੇ ਆ? ਅਸੀਂ ਤੇ ਜਸ਼ਨ ਮਨਾ ਰਹੇ ਆ। ਸਾਨੂੰ ਤੇ ਸ਼ੁਕਰ ਹੈ ਕਿ ਚਲੋ ਸਾਡਾ ਦੁਸ਼ਮਣ ਸਾਹਮਣੇ ਤੇ ਆਏ, ਸਾਹਮਣੇ ਆ ਕੇ ਲੜੇ। ਅਸੀਂ ਕਹਿੰਦੇ ਆ ਕੰਡ ਪਿੱਛੇ ਵਾਰ ਨਾ ਕਰੋ, ਸਾਹਮਣੇ ਆ ਕੇ ਲੜੋ ਤੇ ਮਜ਼ਾ ਤੇ ਫੇਰ ਹੈ ਨਾ। ਇਹ ਕੰਡ ਪਿੱਛੇ ਕਰ ਰਹੇ ਵਾਰ, ਫਿਰ ਕੰਡ ਪਿੱਛੇ ਕਰਨ ਦਾ ਕੋਈ ਫਾਇਦਾ ਨਹੀਂ। ਮੇਰਾ ਵੀਰ ਜਿਹੜਾ ਵੀ ਹੈ ਉਹ ਸਾਹਮਣੇ ਆ ਕੇ ਲੜੋ ਤਾਂ ਕਿ ਅਸੀਂ ਵੀ ਤੁਹਾਨੂੰ ਠੋਕ ਕੇ ਜਵਾਬ ਦੇ ਸਕੀਏ। ਜੀ ਆਪ ਕੈਨੇਡਾ ਚਲ ਜਾਣਾ ਇੱਥੇ ਅੱਗ ਲਾ ਕੇ। ਨਾ 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 ਨਾ, ਐਸੀ ਕੋਈ ਗੱਲ ਨਹੀਂ। ਮੈਂ ਤਾਂ ਵੈਸੇ ਸੀਰੀਅਸਲੀ ਮਜ਼ਾਕ ਤੋਂ ਇਲਾਵਾ ਇਹ ਕਹਿੰਦੀ ਆ ਕਿ ਸਕੂਨ ਨਾਲ ਰਹਿਣਾ ਚਾਹੀਦਾ ਹੈ। ਤੁਸੀਂ ਵੀ ਮੋਦੀ ਸਾਹਿਬ ਸਕੂਨ ਕਰੋ ਤੇ ਸਾਨੂੰ ਵੀ ਸਕੂਨ ਲੈਣ ਦਿਓ, ਠੀਕ ਹੈ। ਜੰਗ 'ਚ ਕੁਝ ਨਹੀਂ ਪਿਆ, ਲੋਕ ਮਰਨਗੇ, ਤੁਹਾਡੇ ਵੀ ਤੇ ਸਾਡੇ ਵੀ। ਦੁਸ਼ਮਣੀ 'ਚ ਇਹੀ ਹੁੰਦਾ ਹੈ, ਪੂਰੀ ਨਸਲ ਮੁੱਕ ਜਾਂਦੀ ਹੈ, ਦੁਸ਼ਮਣੀ ਨਹੀਂ ਮੁੱਕਦੀ। ਤੇ ਲਿਹਾਜ਼ਾ ਦੁਨੀਆ ਥੋੜੀ ਜਿਹੀ ਹੈ ਤੇ ਦੁਸ਼ਮਣੀ ਮੁਕਾ ਦਿਓ। ਚੁੱਪ ਕਰਕੇ ਸਕੂਨ ਨਾਲ ਜੀਣ ਦਿਓ ਤੇ ਜੀਓ। ਜੀਓ ਤੇ ਜੀਣ ਦਿਓ, ਉਹੀ ਸਭ। ਘਰ ਵਾਲੀ ਨਹੀਂ ਨਾ ਹੈਗੀ, ਘਰ ਵਾਲੀ ਹੁੰਦੀ ਤੇ ਉਹ ਵੀ ਜ਼ਰਾ ਸਕੂਨ ਨਾਲ ਜੀ ਲੈਂਦਾ। ਅੰਤਰੇ ਨੂੰ ਪਤਾ ਨਹੀਂ ਕਿਹਦੀ ਸ਼ੈਨ ਟਿਕਣ ਦਿੰਦੀ। ਨਹੀਂ ਨਹੀਂ ਨਹੀਂ, ਉਹ ਚਾਹ ਲੈ ਨਾ, ਉਹਦਾ ਗੁਜ਼ਾਰਾ ਨਹੀਂ ਹੁੰਦਾ। ਜਿੰਨੀ ਦੇਰ ਉਹ ਚਾਹ ਨਹੀਂ ਪਕਾ ਲੇਗਾ, 2 ਡੱਬੇ ਨਹੀਂ ਮਾਰ ਲੇਗਾ, ਉਹਦਾ ਕੀ ਜਾਣਾ। ਸਾਡਾ ਹੀ ਹੈ ਨਾ, ਤੇ ਸਾਡੇ ਨਾਲ ਜੋ ਮਰਜ਼ੀ ਕਹੀ ਜਾਏ, ਸਾਨੂੰ ਕੀ ਡੈਮ ਕੇਅਰ। ਅਸੀਂ ਨਹੀਂ ਕਿਤੇ ਆਪਣੇ ਸ਼ਹੀਦ ਹੋ ਗਏ ਆ ਇੱਥੇ ਬੇਕਸੂਰ ਲੋਕ। ਹਾਂ, ਉਹ ਜ਼ਿਆਦਤੀ ਹੋਈ ਹੈ ਤੇ ਉਹਦਾ ਵੀ ਉਹਨਾਂ ਨੂੰ ਜਵਾਬ ਜਿਹੜਾ ਨਾ ਦੇਣਾ ਪਵੇਗਾ। ਐਸੀ ਗੱਲ ਨਹੀਂ ਕਿ ਉਹਨਾਂ ਨੂੰ ਛੱਡਿਆ ਜਾਏ ਜਾਂ ਕੁਝ ਅਸੀਂ ਮਾਫ ਕਰ ਦਾਂਗੇ। ਸਾਡਾ ਐਡਾ ਵੀ ਦਿਲ ਵੱਡਾ ਨਹੀਂ ਹੈ ਕਿ ਸਾਡੇ ਨਾਲ ਕੋਈ ਜ਼ਿਆਦਤੀ ਕਰਕੇ ਲੰਘ ਜੇ ਤੇ ਅਸੀਂ ਆਰਾਮ ਨਾਲ ਬੈਠੇ ਰਹੀਏ। ਐਸੀ ਵੀ ਗੱਲ ਨਹੀਂ। ਅਸੀਂ ਉਹਨਾਂ ਨੂੰ ਬਿਲਕੁਲ ਉਹਦਾ ਵੀ ਜਵਾਬ ਦੇਵਾਂਗੇ ਔਰ ਮੇਰਾ ਖਿਆਲ ਹੈ ਦਿਆ ਵੀ ਗਿਆ ਹੈ, ਇਹ ਨਹੀਂ ਕਿ ਨਹੀਂ ਦਿੱਤਾ ਗਿਆ। ਤੇ ਮੇਰਾ ਖਿਆਲ ਹੈ ਕਿ ਸਾਰਾ ਤਮਾਸ਼ਾ ਬੰਦ ਕਰ ਦੇਣਾ ਚਾਹੀਏ। ਜਾਨਾਂ ਬੜੀਆਂ ਕੀਮਤੀ ਨੇ, ਜਾਨ ਤੋਂ ਇਲਾਵਾ ਦੁਨੀਆ 'ਚ ਕੋਈ ਕੀਮਤੀ ਚੀਜ਼ ਨਹੀਂ ਹੈ, ਠੀਕ ਹੈ। ਇਸ ਤਰ੍ਹਾਂ ਹੀ ਹੈ, ਬਿਲਕੁਲ ਸਹੀ। ਆਪਣੀ ਜਾਨ ਦੀ ਹਿਫਾਜ਼ਤ ਨਹੀਂ ਕਰ ਸਕਦੇ। ਅਸੀਂ ਹਮੇਸ਼ਾ ਕਹਿੰਦੇ ਆ ਪਾਕਿਸਤਾਨ 'ਚ ਹੈ, ਪਾਕਿਸਤਾਨ 'ਚ ਹੈ, ਇੰਡੀਆ 'ਚ ਹੈ, ਇੰਡੀਆ 'ਚ ਹੈ। ਨਹੀਂ, ਅਸੀਂ ਕੈਨੇਡਾ ਅਮਰੀਕਾ ਰਹਿੰਦੇ ਆ ਤੇ ਸਾਡਾ ਐਸਾ ਕੋਈ ਨਹੀਂ, ਸਾਨੂੰ ਤਾਂ ਕੋਈ ਨਹੀਂ। ਸਾਡੀ ਜਾਨ ਦੀ ਹਿਫਾਜ਼ਤ ਹੈ ਉੱਥੇ। ਔਰ ਸਿਰਫ ਜਿਸ ਮੁਲਕ 'ਚ ਤੁਹਾਡੀ ਜਾਨ ਦੀ ਹਿਫਾਜ਼ਤ ਹੈ ਨਾ, ਮੁਲਕ ਵਾਧੂ ਵੀ ਤਰੱਕੀ ਕਰ ਗਏ ਨਾ, ਉੱਥੇ ਜਾਨਵਰ ਦੀ ਵੀ ਜਾਨ ਨੂੰ ਅਜ਼ੀਜ਼ ਸਮਝਿਆ ਜਾਂਦਾ। ਸਾਡੀ ਕੌਮ ਨੂੰ ਚਾਹੀਦਾ ਹੈ। ਸਾਡੇ ਲੋਕ ਜਿਹੜੇ ਨਾ ਖੁਦ ਇਹੋ ਜਿਹਾ ਕਰ ਰਹੇ ਨੇ, ਕਹਿੰਦੇ ਨਾ ਕਰਾਰਾ ਜਵਾਬ ਦਿਓ। ਮਾਂ ਹੋਵੇ, ਭੈਣ ਹੋਵੇ, ਜੋ ਵੀ, ਇੱਜ਼ਤ ਆਪਣੀ ਜਗ੍ਹਾ ਹੈ। लेकिन जहाँ तक जंग का ताल्लुक है, मैं तो कहती हूँ कि वो ਨਹੀਂ ਤੇ ਸ਼ੁਰੂ ਹੀ ਨਹੀਂ ਕੀਤਾ ਸੀ ਬਾਜੀ, ਪੰਗਾ ਦੇ ਉਹਨਾਂ ਨੇ ਲਿਆ। ਹੁਣ ਪੰਗਾ ਇਜ਼ ਨਾਟ ਚੰਗਾ, ਲੈ ਤੇ ਲਿਆ, ਹੁਣ ਕਿੱਥੇ ਭੱਜਣਗੇ। ਦੂਰ ਆਪਰੇਸ਼ਨ ਦਾ ਨਾਮ ਰੱਖਿਆ, ਕੀ ਸੋਚ ਕੇ ਰੱਖਿਆ? ਉਹਨਾਂ ਦੀ ਕੋਈ ਬੇਵਾ ਮਰ ਗਈ ਹੋਣੀ ਹੈ, ਕੋਈ ਹੋ ਗਈ ਹੋਣੀ ਹੈ ਤਾਜ਼ੀ ਬੇਵਾ, ਤੇ ਉਹਨਾਂ ਸੰਦੂਰ, ਉਹਦਾ ਸੰਦੂਰ ਜੋ ਮਿਟ ਗਿਆ ਤੇ ਹੁਣ ਅਸੀਂ ਕੀ ਕਰੀਏ। ਅਸੀਂ ਤੇ ਨਹੀਂ ਮਿਟਾਇਆ ਨਾ, ਜਿਨ੍ਹਾਂ ਨੇ ਇਹ ਕੁਛ ਹੀ ਨਹੀਂ ਕੀਤਾ। ਅਸੀਂ ਤੇ ਕੁਝ ਕੀਤਾ ਹੀ ਨਹੀਂ। ਉਹਨਾਂ ਦਾ ਸੰਦੂਰ ਡਿੱਗ ਪਿਆ ਤੇ ਹੁਣ ਅਸੀਂ ਕੀ ਕਰੀਏ। ਅਸੀਂ ਤੇ ਮੁਸਲਮਾਨ ਆ, ਬੀਂਗਾ ਮੁਸਲਿਮ ਅਸੀਂ ਤੇ ਸੰਦੂਰ ਲਾਉਂਦੇ ਨਹੀਂ ਹੈ ਤੇ ਅਸੀਂ ਤੇ ਨਹੀਂ ਨਾਂ ਰੱਖ ਸਕਦੇ। ਤੇ ਕਿਸੇ ਕੰਮ ਦਾ ਨਹੀਂ ਸੀ, ਜ਼ਾਇਆ ਹੋ ਗਿਆ ਨਾ, ਹੁਣ ਹੋ ਗਿਆ, ਸਾਡੇ ਸੰਦੂਰ ਸੀ। ਸਾਡੇ ਕਿਸੇ ਕੰਮ ਦਾ। ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। अस्सलाम वालेकुम। ਵਾਲੇਕੁਮ ਸਲਾਮ। ਭੈਣ ਕੀ ਕਰਨ ਆਏ? ਕਰਨ ਤੋਂ ਵੈਸੇ ਆਇਆ ਤਾਂ ਇੱਕ ਬਾਜ਼ਾਰ 'ਚ ਆਇਆ ਸਾਂ ਇੱਥੇ, ਤੇ ਅੱਗੋਂ ਤਾਂ ਉਸੇ ਮਿਲ ਗਏ ਮਾਸ਼ਾਅੱਲਾ। ਅੱਗੇ ਤਪੀ ਪਈ ਹੈ ਵੀਰਾ ਖਾਨ। ਉਹ ਤਾਂ ਰਾਤ ਦੀ ਮਾਸ਼ਾਅੱਲਾ ਲੱਗਾ ਵੇ, ਜਰਾ ਵੀ ਨਿਜ਼ਾਮ ਲੱਗਾ ਵੇ, ਲੇਕਿਨ ਇਹਨਾਂ ਨੇ ਬੜਾ ਕੋ ਗਲਤ ਤਰੀਕਾ ਹਰਕਤ ਕੀਤੀ, ਘਟੀਆ ਹਰਕਤ। ਬਹੁਤ ਘਟੀਆ ਹਰਕਤ, ਨੀਚ ਤੋਂ ਨੀਚ ਵੀ ਹਰਕਤ ਜਿਹਨੂੰ ਕਹਿਣਾ। ਵੈਸੇ ਇਹਨਾਂ ਤੇ ਉਮੀਦ ਵੀ ਇੰਜ ਦੀ ਹੋ ਸਕਦੀ, ਕਿਉਂਕਿ ਇਹ ਚਿੱਟੇ ਦੇ ਇੰਜ ਤਾਂ ਕਰ ਨਹੀਂ ਸਕਦੇ ਹੈਗੇ ਤੇ ਇਸ ਤਰ੍ਹਾਂ ਦੀ ਹਰਕਤ ਇੰਜ ਦੀ ਕਰਦੇ ਨੇ। ਉਹਨੇ ਇੰਡੀਆ ਦੀ ਆਵਾਮ ਨੂੰ ਇਹ ਪੁੱਛੋ ਵੀ ਹੁਣ ਜਿਹੜੀ ਹਰਕਤ ਕੀਤੀ ਹੈ ਤੁਸੀਂ ਸਹੀ ਕੀਤੀ ਹੈ ਕਿ ਮਾਸੂਮ ਬੱਚਿਆਂ ਤੇ ਆਮਲਾ ਔਰਤ, ਯਾਨੀ ਕਿ ਜਿਹੜੇ ਤੁਸੀਂ 9 ਸ਼ਹੀਦ ਕੀਤੇ ਨੇ, ਔਰ ਉਹ ਵੀ ਛੋਟੇ ਛੋਟੇ ਮਾਸੂਮ, ਤੁਹਾਡੇ ਮੂੰਹ ਤੇ ਗੱਲ ਪੈਂਦੀ ਹੈ ਇਸ ਤਰ੍ਹਾਂ ਦੀ? ਤੁਸੀਂ ਹੁਣ ਆਪਣੇ ਆਪ ਤੋਂ ਪੁੱਛੋ ਨਾ, ਮੋਦੀ ਨੂੰ ਇੰਜ ਦੀ ਹਰਕਤ ਕਰਨੀ ਸੀ। ਬਾਕੀ ਇਨਸ਼ਾਅੱਲਾ ਤੁਹਾਨੂੰ ਇਹਦਾ ਗਿਫਟ ਮਿਲੇਗਾ, ਤੁਹਾਨੂੰ ਇਹਦਾ ਨਾ ਜਿਹੜਾ ਨਿਉਂਦਰਾ ਤੁਸੀਂ ਸਾਨੂੰ ਪਾਇਆ ਨਾ, ਸਾਡੀ ਪੰਜਾਬੀ 'ਚ ਕਹਿੰਦੇ ਨਿਉਂਦਰਾ, ਤੁਹਾਨੂੰ ਇਹਦਾ ਨਿਉਂਦਰਾ ਤੁਹਾਨੂੰ ਅਸੀਂ ਵਾਪਸ ਕਰਾਂਗੇ ਇਨਸ਼ਾਅੱਲਾ। ਪਤਾ ਕੀ ਹੁੰਦਾ, ਮੈਂ ਤੁਹਾਨੂੰ ਦੱਸਾਂ ਕਿ ਇਨਸਾਨ ਦੀ ਜਾਨ ਜਿੱਥੇ ਵੀ ਜਾਵੇ ਕੀਮਤੀ ਆ, ਪਰ ਪਤਾ ਨਹੀਂ ਕਿਉਂ ਉੱਥੇ ਦੇ ਲੋਕ ਵੀ ਪੜ੍ਹੇ ਲਿਖੇ ਹੋਣੇ ਆ, ਉਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ। ਉਹ ਆਪਣਾ ਬਾਬਾ ਸੰਭਾਲ ਲਓ, ਉਹਨੂੰ ਸਮਝਾ ਲਓ ਕਿ ਇੰਜ ਕਰੂੰਗੇ ਤਬਾਹੀ ਉੱਥੇ, ਅਗਰ ਸਾਡੀ ਆਬਾਦੀ ਨਾਲੋਂ ਕਿੰਨੇ ਗੁਣਾ ਜ਼ਿਆਦਾ ਉੱਥੇ ਦੀ ਆਬਾਦੀ ਆ, ਬਹੁਤਾ ਨੁਕਸਾਨ ਢੇਰ ਉੱਧਰ ਹੋਣਾ ਵਾ। ਇਸ ਤਬਾਹੀ ਤੋਂ ਬਚਣਾ ਚਾਹੀਦਾ। ਬਾਬਾ ਸੰਭਾਲੋ ਨਾ, अकल मत दो कि इधर पासे ना जावे, जंग कोई भी नहीं चाहता। असल इनके जो एंकर है ना वहाँ पे बैठा हुआ, एक बैठा हुआ वो जो कहता है खून की होलियाँ खेलनी है, वो करने वाले कुत्ता, वो कुत्ती की तरह वो भौंकता ही रहता है। अब उसी से पूछे ना कि वो अब उसको अभी सुकून मिला है, अब तुझे ये शर्म नहीं आई, इस चीज़ की, इन बातों की शर्म नहीं आई तुझे? ਉਹੀ ਤੁਹਾਡੇ ਨਿਆਣੇ ਹੁੰਦੇ, ਤੁਹਾਡੇ ਬੱਚੇ ਹੋਣ, ਤੁਹਾਡੇ ਘਰ ਵਾਲੇ ਹੋਣ, ਉਹਨਾਂ ਦੇ ਖੂਨ ਬਹਿਣ, ਫਿਰ ਤੁਸੀਂ ਇਹ ਖੁਸ਼ੀ ਨਾਲ ਚੀਖੋਗੇ ਬਹਿ ਕੇ ਚੈਨਲਾਂ ਤੇ? ਨਹੀਂ, ਇਹਨਾਂ ਨੂੰ ਇਨਸ਼ਾਅੱਲਾ ਹੁਣ ਪਤਾ ਲੱਗੇਗਾ, ਜਿਹੜੇ ਭੌਂਕਣ ਡਿਆ ਸੀ ਨਾ, ਜਿਹੜੇ ਹੁਣ ਇਹਨਾਂ ਨੂੰ ਪਤਾ ਲੱਗੇਗਾ ਕਿ ਹੁਣ ਵਾਰ ਅਸੀਂ ਤਾਂ ਇਹਨਾਂ ਵਾਂਗੂ ਬਗੈਰਤੀ ਨਹੀਂ ਕਰਦੇ, ਨਾ ਸਾਡਾ ਜ਼ਮੀਰ ਇਜਾਜ਼ਤ ਦਿੰਦਾ। ਪਹਿਲੀ ਗੱਲ, ਸਭ ਤੋਂ ਵੱਡੀ ਗੱਲ ਇਹੀ ਹੈਗੀ ਹੈ ਕਿ ਜਿਹੜੇ ਇੱਥੇ ਇੰਡੀਆ ਦੇ ਵਿੱਚ ਆਉਂਦੇ ਨੇ, ਇੱਥੇ ਸਿੱਖ ਆਏ ਨੇ ਹਜ਼ਰਾਤ,
ਜਾਂ ਹਿੰਦੂ ਆਏ ਨੇ, ਪਹਿਲੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਅਸੀਂ ਉਹਨਾਂ ਨੂੰ ਇੰਨਾ ਕੁ ਪਿਆਰ ਦਿੰਦੇ ਆ, ਇੰਨਾ ਕੁ ਉਹਨਾਂ ਦਾ ਖਿਆਲ ਕਰਨੇ ਆ, ਉਹਨਾਂ ਨੂੰ ਪਹਿਲੇ ਪੁੱਛੋ ਕਿ ਅਸੀਂ ਤੁਹਾਨੂੰ ਦਹਿਸ਼ਤਗਰਦ ਲੱਗਨੇ। ਅਗਰ ਅਸੀਂ ਉਹਨਾਂ ਨੂੰ ਮੁਹੱਬਤ ਉਹਨਾਂ ਨੇ ਕਰਨੇ ਆ ਕਿ ਕੋਈ ਇੱਕ ਬੰਦਾ ਤਾਂ ਕਹੇ ਕਿ ਯਾਰ ਨਹੀਂ ਯਾਰ ਇੱਕ ਬੰਦਾ ਮਿਲਿਆ ਸੀ ਯਾਰ ਉਹਨੇ ਮੈਨੂੰ ਨਫ਼ਰਤ ਦੀ ਨਜ਼ਰਾਂ ਨਾਲ ਵੇਖਿਆ ਸੀ। ਅਸੀਂ ਤਾਂ ਪਿਆਰ ਕਰਨ ਵਾਲੇ ਲੋਕ ਹੈਗੇ ਸਾਂ, ਅਸੀਂ ਫਿਰ ਤੁਹਾਡਾ ਸਬਰ ਕੀਤਾ ਵੇ। ਤੁਸੀਂ ਜਿਹੜੀ ਹਰਕਤ ਹੁਣ ਕੀਤੀ ਹੈ ਨਾ, ਇਹਦਾ ਮੈਨੂੰ ਨਹੀਂ ਸਮਝ ਆਉਂਦੀ ਵੀ ਤੁਸੀਂ ਉਹ ਰਾਤੀ ਸੁੱਤੇ ਪਿਓ ਕਰ ਦਿੱਤੀ ਜੇ। ਉਹ ਕਮ ਸੇ ਕਮ ਉੱਠ ਕੇ ਦੱਸ ਕੇ ਤੇ ਕਰਦੇ ਭਲਾ ਤੁਸੀਂ, ਤੁਹਾਨੂੰ ਪਤਾ ਲੱਗਦਾ। ਫਿਰ ਤੁਸੀਂ ਕੀਤੀ ਵੀ ਆਪਣੀ ਧੂਹ 'ਚ ਰਹਿ ਗਏ, ਅਗਾਂ ਤਾਂ ਆਈ ਨਹੀਂ ਜੇ। ਹੁਣ ਜਿਹੜੇ ਉਹਨਾਂ ਦੇ ਉਹ ਜਹਾਜ਼ ਡਿੱਗੇ ਨੇ, ਉਹ ਜਹਾਜ਼ ਵਾਲੇ ਜਿਹੜੇ ਮਾਲਕ ਜਿਹੜੇ ਹੋ ਗਏ ਨੇ ਉਹ ਕੰਪਨੀ ਵਾਲੇ, ਉਹ ਪਤਾ ਨਹੀਂ ਉਹ ਕਹਿੰਦੇ ਨੇ ਜੀ ਇਹਨਾਂ ਦੇ ਜਿਹੜੇ ਉਹ ਪਾਇਲਟ ਉਹ ਨਕੰਮੇ ਸਨ। ਇਹ ਨਕੰਮਾ ਹੀ ਸੀ, ਛਾਪਰ 'ਚ ਲਪੇਟ ਲੈਣ ਪਾਇਲਟ। ਇਹ ਜਿਹੜਾ ਇਹ ਮੇਰੇ ਖਿਆਲ 'ਚ ਮੋਦੀ ਕਹਿੰਦੇ ਨੇ, ਸਾਡੀ ਜ਼ੁਬਾਨ 'ਚ ਤਾਂ ਅਸੀਂ ਉਹਨੂੰ ਮੋਤੀ ਕਹਿੰਦੇ ਆ, ਤਾਂ ਤੁਹਾਨੂੰ ਪਤਾ ਮੋਤੀ ਆਪਾਂ ਕਿਹਨੂੰ ਕਹਿੰਦੇ ਜਿਹਨੂੰ ਅਸੀਂ ਹੱਥ ਫੇਰਨੇ ਆ। ਮੈਂ ਸਮਝ ਗਈ ਸੀ ਮੈਂ। ਨਹੀਂ ਬਾਕੀ ਵੀ ਕਈ ਲੋਕ ਉੱਥੇ ਦੇ ਵੀ ਉਹਨੂੰ ਮੋਤੀ ਕਹਿੰਦੇ ਹੋਣੇ ਆ। ਨਹੀਂ ਅਸਲ ਪਤਾ ਕਿ ਜਿਹੜੀ ਉੱਥੋਂ ਦੀ ਆਵਾਮ ਹੈਗੀ ਨਾ, ਉਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਸਭ ਤੋਂ ਵੱਡੀ ਗੱਲ ਤੇ ਹੈਗੀ ਨਾ, ਭਾਵੇਂ ਉੱਧਰ ਦਾ ਕੋਈ ਮਰੇ ਤੇ ਭਾਵੇਂ ਕੋਈ ਇੱਧਰ ਦਾ ਮਰੇ, ਹੈ ਤੇ ਇਨਸਾਨ ਹੈ ਨਾ। ਤੇ ਕਮ ਸੇ ਕਮ ਬੇਗੁਨਾਹ ਜਿਹੜੇ ਨੇ, ਜਿਹੜੇ ਆਪਣੇ ਘਰਾਂ ਵਿੱਚ ਬੈਠੇ ਨੇ ਅੱਲਾ ਮਾਵੇ, ਤੇ ਉਹਨਾਂ ਦੇ ਕੰਮ ਕੋ ਦਰਸ ਕਰਨਾ। ਬਾਕੀ ਜਿਹੜੇ ਸਾਡੇ ਕੁਝ ਲੋਕ ਕਰਦੇ ਨੇ ਹਰਕਤਾਂ, ਕੁਝ ਇੱਧਰੋਂ ਵੀ ਹੁੰਦੀਆਂ ਨੇ, ਕੋਈ ਥੋੜੀ ਇਹਨਾਂ ਮਜ਼ਾਕ ਬਣਾ ਕੇ ਬਹਿ ਗਏ ਨੇ ਉਹ, ਲੇਕਿਨ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੈਗਾ। ਯਕੀਨ ਕਰੋ ਕਿ ਅਸੀਂ ਤਾਂ ਅਲਹਮਦੁਲਿਲਾ ਕਿ ਅਸੀਂ ਉਸ ਨਬੀ ਦੀ ਉਮਤ ਹੈਗੇ ਆ ਜਿਨ੍ਹਾਂ ਨੇ ਸਾਡੇ ਕੋਲ ਕੀ ਹੈਗਾ ਸੀ। ਅਸੀਂ ਤਾਂ ਸਿਰਫ ਆਪਣੇ ਕੇ ਨਾਮ ਤੋਂ ਲੈ ਕੇ, ਅਸੀਂ ਤਾਂ ਇਸਲਾਮ, ਸਾਨੂੰ ਤਾਂ ਪਤਾ ਵੀ ਇਹਨਾਂ ਦੇ ਵਿੱਚ ਹੈਗਾ ਵੀ 7 ਜਨਮ ਹੋਣਾ ਤੇ ਮਰ ਗਿਆ ਤਾਂ ਦੁਬਾਰਾ ਫਿਰ ਜਨਮ ਹੋਣਾ। ਫਿਰ ਤੁਸੀਂ ਮਰ ਕੇ ਸਾਡੇ ਨਾਲ ਲੜਦੇ ਰਹਿਣਾ, ਠੀਕ ਹੈ ਨਾ। ਸਾਡਾ ਇੱਕ ਹੀ ਹੈ ਜਨਮ, ਅਸੀਂ ਮਰਨਾ ਤਾਂ ਸਾਡੀ ਅਸਲ ਜ਼ਿੰਦਗੀ ਉਸ ਤੋਂ ਬਾਅਦ ਸ਼ੁਰੂ ਹੋਣੀ ਹੈ, ਕਿਉਂਕਿ ਸਾਨੂੰ ਪਤਾ ਹੈ ਵੀ ਅਸੀਂ ਸ਼ਹੀਦ ਹੋਣਾ ਤਾਂ ਅਸੀਂ ਜੰਨਤ ਜਾਣਾ, ਕਿਉਂਕਿ ਅਸੀਂ ਮੁਸਲਮਾਨ ਹੈ। ਸਾਡਾ ਅੱਲਾਹ ਤਾਲਾ ਯਕੀਨ ਹੈਗਾ, ਸਾਡੀ ਕਿਤਾਬ ਉਤਰੀ ਹੈ ਔਰ ਤੁਹਾਡੀ ਉਸ ਕਿਤਾਬ ਨੂੰ ਵੇਖ ਕੇ ਤੇ ਅਸੀਂ ਉਹਨਾਂ ਨੂੰ ਮੰਨਣ ਵਾਲੇ ਜਿਨ੍ਹਾਂ ਨੇ ਕਰਬਲਾ ਦੇ ਵਿੱਚ 72 ਨੇ ਸ਼ਹੀਦ ਕੀਤੀ, ਸ਼ਹਾਦਤ ਦਿੱਤੀ ਸੀ, ਤਾਂ ਪਿਛਾ ਨਹੀਂ ਹਟੇ ਸਨ। ਅੱਗੇ 30,000 ਲੋਕ ਸਨ ਉਹਨਾਂ ਦੇ, ਤੇ ਉਹਨਾਂ ਨੇ ਉਦੋਂ ਸਲਾਮ ਨੂੰ ਚੁੱਕਣ ਦਿੱਤਾ, ਤਾਂ ਤੁਹਾਡੇ ਕਿਸੇ ਚੁੱਕਣ ਨੇ। ਅਸੀਂ ਤੇ ਦਾਤ 'ਚ ਘੱਟ ਆ, ਹਿੰਮਤ 'ਚ ਅਸੀਂ ਬਹੁਤ ਆ। ਹਿੰਮਤ 'ਚ ਅਸੀਂ ਬੜੇ ਆ, ਠੀਕ ਹੈ ਨਾ। ਭਾਵੇਂ ਅਸੀਂ ਕੁਝ ਵੀ ਹੈਗਾ, ਵੇਖੋ ਹੁਣ ਅਸੀਂ ਸਾਰੀਆਂ ਪਾਰਟੀਆਂ ਸਾਡੀਆਂ ਇਕੱਠੀਆਂ ਹੋਈਆਂ ਪਈਆਂ ਨੇ, ਕੋਈ ਚੱਕਰ ਹੀ ਨਹੀਂ ਰਹਿ ਗਿਆ ਪਾਰਟੀ ਵਾਲਾ। ਅਸੀਂ ਹੁਣ ਸਿਰਫ ਪਾਕਿਸਤਾਨੀ ਹੈ। ਤੇ ਇਹ ਜਿਹੜੇ ਮੋਦੀ ਦੇ ਪਿੱਠੂ ਹੈਗੇ ਨਾ, ਤੇ ਇਹਨਾਂ ਵਾਸਤੇ ਹੈਗਾ ਕਿ ਤੁਹਾਡੀ ਹੁਣ ਵਾਰੀ ਆ ਗਈ ਜੇ, ਠੀਕ ਹੈ ਨਾ। ਤੁਸੀਂ ਹੁਣ ਜਿਹੜੀ ਨਾ ਆਪਣੀ ਕੋਈ ਪੱਥਰਾਂ ਵਾਲੇ ਭਗਵਾਨਾਂ ਦੀ ਕਰਨੀ ਨਾ, ਜਿਹੜੀ ਤੁਸੀਂ ਪੂਜਾ ਕਰਦੇ ਜੇ, ਉਹ ਕਰਨੀ ਸ਼ੁਰੂ ਕਰ ਲਓ। ਵੈਸੇ ਤੁਹਾਨੂੰ ਲੱਭਣਾ ਤੋਂ ਕੁਝ ਵੀ ਨਹੀਂ ਜੇਗਾ। ਹਾਂ ਚਲੋ ਜੀ, ਰੱਬ ਖੈਰ ਕਰੇ। ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। अस्सलाम वालेकुम। वालेकुम सलाम। ਕਿੱਦਾਂ ਚਾਚਾ ਜੀ? ਕਿੱਦਾਂ ਵਧੀਆ ਹੋ? Yes, I am. Betty, I am standing in a very good condition in front of your. ਇਹਨਾਂ ਨੂੰ ਰੱਖ ਲੈਂਦੇ ਪ੍ਰਾਈਮ ਮਿਨਿਸਟਰ, ਤੁਹਾਨੂੰ ਕਿਸੇ ਮੋਦੀ ਨੂੰ ਰੱਖ ਲਿਆ। ਕਿੱਡੀ ਵਧੀਆ ਇੰਗਲਿਸ਼ ਬੋਲਦੇ, ਪੜ੍ਹੇ ਲਿਖੇ ਆ, ਸਮਝ ਆ ਲਿਆ। ਪ੍ਰਾਈਮ ਮਿਨਿਸਟਰ ਲਵਾ ਦਿਆ ਉਧਰ ਦਾ? ਨਹੀਂ, ਸਾਨੂੰ ਇਹ ਹੀ ਚੰਗਾ ਹੈ। ਚੰਗਾ। ਉਹ ਡਿਊਟੀ ਬੜੀ ਔਖੀ ਹੈ। ਔਖੀ? ਵਾਸਾ ਨਾ ਰਹਿਮਤੁल्लाह ਲੈ ਉਹਨੂੰ ਹੁਕਮਰਾਨ ਦੇ ਕਾਜ਼ੀ ਦਾ ਉਹਦਾ ਦੇਣਾ ਚਾਹੇ, ਆਖਿਆ ਨਹੀਂ ਮੈਂ ਇਸ ਲਾਇਕ ਨਹੀਂ ਹੈਗਾ। ਉਹਦੀ ਡਿਊਟੀ ਬੜੀ ਹੈ, ਕਾਨੂੰਨ ਹਿਸਾਬ ਤਾਂ ਬੜਾ ਹੋਣਾ ਹੈ। ਇਹ ਹੀ ਚੰਗਾ ਦਾ ਹਿਸਾਬ ਤਾਂ ਕੋਈ ਨਹੀਂ। ਉਹ ਚਾਹ ਚੂਈ ਉਹਨੇ ਬਣਾਣੀ, ਇਹੀ ਡਿਊਟੀ ਹੋਣੀ ਆ। ਉਹ ਚਾਹ ਬਣਾਉਂਦਾ ਹੋਣਾ, ਇਹੀ ਡਿਊਟੀ ਹੋਣੀ ਆ। ਨਹੀਂ, ਇੱਥੇ ਹੀ ਰਹਿਣਾ, ਕਹਿੰਦੇ ਮੈਂ ਨਹੀਂ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ। ਅੱਛਾ ਚਾਚਾ ਜੀ, ਸਾ ਤੁਹਾਨੂੰ ਪਤਾ ਹਮਲਾ ਕੀਤਾ ਇੰਡੀਆ ਨੇ ਪਾਕਿਸਤਾਨ ਤੇ, ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਚ? ਪਹਿਲੀ ਗੱਲ ਤੇ ਵੇ ਕਿ ਹਦੀਸ ਹੈ ਅੱਲਾਹ ਰਸੂਲ ਦੀ ਕਿ ਜੰਗ ਕੀ ਆਰਜ਼ੂ ਨਾ ਕਰੋ, ਉਹਨਾਂ ਸੁਲ੍ਹਾ ਹੀ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਇੱਕ ਬੁਰਾ ਵਕਤ ਹੈ। ਬੁਰੇ ਵਕਤ, ਬੁਰੀ ਘੜੀ ਤੋਂ ਅੱਲਾਹ ਕੋਲ ਪਨਾਹ ਮੰਗਣੀ ਚਾਹੀਦੀ ਹੈ। ਲੇਕਿਨ ਅਗਰ ਦੁਸ਼ਮਣ ਸੁਲ੍ਹਾ ਨਹੀਂ ਕਰਦਾ ਤੇ ਆਖਾ ਫਿਰ ਜੰਨਤ ਤਲਵਾਰੋਂ ਕੇ ਸਾਏ ਥੱਲੇ ਹੈ, ਫਿਰ ਜन्नत ਦਿਆਂਗਾ मैं ਤੁਹਾਨੂੰ। तो मेरा कहना टीपू सुल्तान का शेर है कि शेर की एक दिन की ज़िंदगी गिदड़ की 100 साल ज़िंदगी से बेहतर है। ਅਰੇ ਵਾਹ, ਬਹੁਤ ਸੋਹਣੀ ਇਹਨਾਂ ਨੇ ਗੱਲ ਕੀਤੀ। ਹੁਣ ਜਿਸ ਤਰ੍ਹਾਂ ਉਹਨਾਂ ਨੇ ਸ਼ੁਰੂਆਤ ਕੀਤੀ ਆ, ਤੇ ਹੁਣ ਜਵਾਬ ਤੇ ਦਵਾਂਗੇ ਫਿਰ। ਹਾਂ, ਤੇ ਅਗਰ ਉਹਨੇ ਪਹਿਲ ਕੀਤੀ, ਜਿਹੜਾ ਪਹਿਲ ਕਰਦਾ ਹੈ ਉਹ ਤਾਕਤ ਦੇ ਗੁਮੰਡ ਹੀ ਹੁੰਦਾ। ਜਿਸ ਤਰ੍ਹਾਂ ਅਬਰਾ ਸੀ, ਅਬਰਾ ਹਮਲਾ ਆਵਰ ਹੁੰਦਾ ਹੈ ਖਾਨੇ ਕਾਬੇ ਦੀ, ਤੇ ਤਾਕਤ ਦੇ ਗੁਮੰਡ ਹੀ ਹੁੰਦਾ ਹੈ। ਮੁਸ਼ਰਿਕੀ ਨੇ ਮੱਕਾ ਪਹਿਲਾਂ ਧੱਸ ਕੇ ਲੜੇ, ਜਦ ਵੇਖਿਆ ਕਿ ਪੱਲਾ ਭਾਰੀ ਹੈ, ਉਹਦੇ ਕੋਲ ਤਾਕਤ ਹੈ, ਤੇ ਆਪਣੀ ਪਨਾਹਗਾਹਾਂ ਟੁਰ ਗਏ। हिसाब किताब तो खुदा ना ले, लेकिन जिस कदर के खराज तहसीन पेश किया जाए उस कदर कम तरह के आले मक्का आखन खुदा का घर है, खुदा आप ही हिफाजत कर लेगा। ਇਹ ਤੇ ਹੈ ਬਈ, ਬਹੁਤ ਵਧੀਆ ਇਹ ਵੀ ਗੱਲ ਕਹੀ ਹੈ। ਇਹ ਮੈਨੂੰ ਦੱਸੋ, ਜਿਸ ਤਰ੍ਹਾਂ ਸਾਡੇ ਆਪਣੇ ਮੁਸਲਮਾਨ ਸ਼ਹੀਦ ਹੋਏ, ਮਾਸੂਮ ਬੱਚੇ ਸੀ ਔਰ ਔਰਤਾਂ ਸੀ, ਉਹਨਾਂ ਦਾ ਕੀ ਕਸੂਰ ਸੀ? बेड़ी शहादत का भी मुकाम अल्लाह ने देना ना। जेड़े अंबिया शहीद नहीं होए ਉਹ ਵੀ ਕਿਆਮਤ ਦਾ ਦਿਨ ਹੋਵੇਗਾ, ਅਸਲ ਅਫਸੋਸ ਕਰਨ ਦੇ ਕਾਸ਼ ਅਸੀਂ ਸ਼ਹੀਦ ਹੁੰਦੇ, ਜੋ ਮੁਕਾਮ ਅੱਲਾਹ ਤਾਲਾ ਨੇ ਸ਼ਹੀਦ ਨੂੰ ਦੇਣਾ। ਆ ਤੇ ਹੈ ਵਾ, ਅਸੀਂ ਤੇ ਸ਼ਹੀਦ ਖੁਸ਼ੀ ਖੁਸ਼ੀ ਹੋਣਾ ਕਿ ਅਸੀਂ ਜੰਨਤ 'ਚ ਜਾਵਾਂਗੇ। ਤੁਹਾਡੀ ਬਰਬਾਦੀ ਦਾ ਤੁਹਾਨੂੰ ਕੀ ਹੋਣਾ, ਹਿਸਾਬ ਲਾਓ। ਲੇਕਿਨ ਅਸੀਂ ਫੇਰ ਵੀ ਇਹੀ ਚਾਹੁੰਦੇ, ਅਮਨ ਹੋਵੇ, ਸਕੂਨ ਹੋਵੇ, ਕੋਈ ਜੰਗ ਨਾ ਹੋਵੇ। ਇਹ ਤੇ ਇਹਦੇ ਸ਼ੈਤਾਨੀ ਅਮਲ ਐਸਾ ਅਮਲ ਜੋ ਸਾਡੇ ਅਮਨ ਨੂੰ ਸਕੂਨ ਨੂੰ ਤਬਾਹ ਕਰਕੇ ਰੱਖ ਦੇ।
ਚਾਚਾ ਜੀ ਉੱਥੇ ਜਿਹੜਾ ਸ਼ੈਤਾਨ ਬੈਠਾ ਹੋਇਆ ਇੱਕ ਹੋਰ ਚਾਚਾ ਉਹ ਮੁੜਦਾ ਨਹੀਂ ਆ ਮੋਦੀ ਵੈਸੇ ਇੰਡੀਆ ਦੀ ਆਵਾਮ ਵੀ ਨਹੀਂ ਚਾਹੁੰਦੀ ਕਿ ਜੰਗ ਹੋਵੇ, ਉਹ ਵੀ ਨਹੀਂ ਚਾਹੁੰਦੀ ਤੇ ਲੇਕਿਨ ਗੱਲ ਇਹ ਕਿ ਇਹ ਕੋਈ ਇਹ ਖਾਰਜੀ ਇਕਤਦਾਰ ਵੱਲ ਹੈ ਸਾਡਾ ਮੁਲਕ, ਕਿਉਂਕਿ ਇਹ ਬੈਰੂਨੇ ਮੁਲਕ ਦੇ ਇਸ਼ਾਰੇ ਨਾਲ ਚੱਲਦਾ ਹੈ, ਜਿਹਦੀ ਮੈਨੂੰ ਉਹ ਵੀ ਇਹ ਚੱਲਦਾ ਤੇ ਇਹ ਵੀ ਚੱਲਦਾ ਤੇ ਇਸ ਵਾਸਤੇ ਜੋ ਉਹਨਾਂ ਕਹਿਣਾ ਸੋਈ ਕੰਮ ਹੋਣਾ ਇੱਥੇ। ਨਹੀਂ ਉਹ ਅੰਕਲ ਡੋਨਲਡ ਟਰੰਪ ਨੇ ਕਿਹਾ ਵਾ ਕਿ ਭਾਰਤ ਨੇ ਸਹੀ ਨਹੀਂ ਕੀਤਾ, ਗਲਤ ਕੀਤਾ ਵਾ। ਉਹ ਅਲਫਾਜ਼ ਦੀ ਹੱਦ ਤੱਕ ਹੈ। ਅੱਛਾ ਹੁਣ ਸਾਨੂੰ ਕੀ ਜਵਾਬ ਕੀ ਦੇਣਾ ਚਾਹੀਦਾ? ਸਨ 65 ਦੀ ਜੰਗ ਜਿਹੜੀ ਉਹ ਵੀ ਫੌਜੀਆਂ ਨਹੀਂ ਸੀ ਲੜੀ, ਅੱਲਾ ਨੇ ਮਦਦ ਕੀਤੀ ਸੀ ਤੇ ਫੌਜੀ ਕਾਮਯਾਬ ਹੋਏ ਸਨ। ਹੁਣ ਵੀ ਅੱਲਾ ਹੀ ਕਾਮਯਾਬ ਕਰੇਗਾ, ਸਾਡਾ ਪਾਕਿਸਤਾਨ ਕਾਮਯਾਬ ਹੋ ਜਾਏਗਾ ਇਨਸ਼ਾਅੱਲਾ ਜੀ। ਅਸੀਂ ਜੰਗ ਜਿੱਤਾਂਗੇ। ਪਹਿਲੇ ਗੱਲ ਤੇ ਲੱਗਣੀ ਨਹੀਂ ਚਾਹੀਦੀ ਜਿਹੜੀ ਇਹਨਾਂ ਨੇ ਲਾਈ ਆ, ਐਨਜੀ ਮੁੱਕ ਜਾਏ। ਜੰਗ ਦੇ ਹੱਕ 'ਚ ਆਵਾਮ ਬਿਲਕੁਲ ਵੀ ਨਹੀਂ ਆ, ਮੈਂ ਵੀ ਨਹੀਂ ਆ, ਕੋਈ ਵੀ ਨਹੀਂ ਆ, ਤੇ ਅੱਲਾ ਖੈਰ ਕਰੇ।